Hello students, myself Mrs. Ramandeep Kaur. Welcome to BBS Smart Learning. So students, today we are going to discuss about chapter number 5, coal and petroleum. हाँ जी बेटा, आज हम पढ़ेंगे कोला ਅਤੇ ਪੈਟਰੋਲੀਅਮ, ਕੋਲੇ ਅਤੇ ਪੈਟਰੋਲੀਅਮ ਦੇ ਬਾਰੇ। ਕੀ ਤੁਸੀਂ ਜਾਣਦੇ ਹੋ ਕਿ ਕੋਲਾ ਅਤੇ ਪੈਟਰੋਲੀਅਮ ਹੈ ਕੀ ਹੈ? आओ बेटा आप डिस्कस करते हैं। देखो बेटा, इंट्रोडक्शन मतलब जान पहचान। हाँ जी, इंट्रोडक्शन मीन जान पहचान। We use various material for our basic needs. Some of them are found in nature and some have been made by human efforts. Since all these are obtained from nature, they are called natural resources. हाँ जी बेटा, ਉਹ ਕਹਿੰਦੇ ਆਪਾਂ ਬਹੁਤ ਸਾਰੇ ਮਟੀਰੀਅਲ ਜਿਹੜੇ ਆ ਆਪਣੀਆਂ ਮੁੱਖ ਜ਼ਰੂਰਤਾਂ ਦੇ ਲਈ ਵਰਤੋਂ ਵਿੱਚ ਲਿਆਉਂਦੇ ਹਾਂ। ਇਹਨਾਂ ਵਿੱਚੋਂ ਕੁਝ ਜਿਹੜੇ ਆ ਉਹ ਕੁਦਰਤ ਵਿੱਚੋਂ ਮਿਲਦੇ ਆ, ਕੁਦਰਤ ਦੁਆਰਾ ਮਿਲਦੇ ਆ, ਅਤੇ ਕੁਝ ਦਾ ਨਿਰਮਾਣ ਜੋ ਹੈ ਉਹ ਮਨੁੱਖ ਦੁਆਰਾ ਕੀਤਾ ਜਾਂਦਾ ਹੈ। ਹਾਂਜੀ ਬੇਟਾ, ਕਿ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਬਹੁਤ ਸਾਰੀ ਸਾਡੀ ਡੇਲੀ ਦੀ ਜ਼ਰੂਰਤ ਦੇ ਵਿੱਚ, ਡੇਲੀ ਨੀਡਸ ਦੇ ਵਿੱਚ, ਮੁੱਖ ਜ਼ਰੂਰਤਾਂ ਦੇ ਵਿੱਚ ਅਸੀਂ ਬਹੁਤ ਸਾਰੇ ਮਟੀਰੀਅਲਸ ਯੂਜ਼ ਕਰਦੇ ਹਾਂ, ਜਿਵੇਂ ਕਿ ਹਵਾ, ਪਾਣੀ, ਖਾਣਾ, ਟੈਂਪਰੇਚਰ, ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਬੇਟਾ ਆਪਾਂ ਵਰਤੋਂ ਵਿੱਚ ਲਿਆਉਂਦੇ ਹਾਂ। ਹੋਰ ਵੀ ਕਈ ਜਿਹੜੇ ਆ ਮਟੀਰੀਅਲਸ ਯੂਜ਼ ਕਰਦੇ ਹਾਂ। ਉਹਨਾਂ ਦੇ ਵਿੱਚੋਂ ਬੇਟਾ ਕਈ ਮਟੀਰੀਅਲ ਜਿਹੜੇ ਆ ਉਹ ਮਨੁੱਖੀ ਕੋਸ਼ਿਸ਼ ਦੁਆਰਾ ਮਿਲਦੇ ਆ ਸਾਨੂੰ, ਅਤੇ ਕਈ ਮਟੀਰੀਅਲ ਸਾਨੂੰ ਕੁਦਰਤ ਦੁਆਰਾ ਪ੍ਰਦਾਨ ਕੀਤੇ ਜਾਂਦੇ ਆ। ਹੁਣ ਜੇਕਰ ਆਪਾਂ ਬੇਟਾ ਐਗਜ਼ਾਮਪਲ ਦੀ ਤੌਰ 'ਤੇ ਦੇਖੀਏ ਤਾਂ ਦੇਖੋ ਸਨਲਾਈਟ ਜੋ ਹੈ ਇਹ ਕੀ ਹੈ, ਸਾਨੂੰ ਕਿਹਨੇ ਪ੍ਰਦਾਨ ਕੀਤੀ? ਕੁਦਰਤ ਨੇ। ਉਸੇ ਤਰ੍ਹਾਂ ਬੇਟਾ ਵਾਟਰ ਕਿਹਦੀ ਪ੍ਰਦਾਨ ਕਿਹਨੇ ਸਾਨੂੰ ਕੀਤਾ? ਕੁਦਰਤ ਨੇ। ਹਾਂਜੀ ਬੇਟਾ, ਫੂਡ ਆਈਟਮਸ ਬੇਟਾ ਮਨੁੱਖ ਖੁਦ ਜਿਹੜਿਆ ਇਹ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਨੂੰ ਲੈ ਕੇ, ਆਪਣੀ ਪਸੰਦ ਦੀਆਂ ਚੀਜ਼ਾਂ ਨੂੰ ਲੈ ਕੇ ਆਪਣੇ ਵਾਸਤੇ ਆਪਣੀ ਕੋਸ਼ਿਸ਼ ਦੇ ਨਾਲ ਭੋਜਨ ਬਣਾਉਂਦਾ ਹੈ। ਸੋ ਬੇਟਾ ਇਹ ਸਨ ਸਾਡੀਆਂ ਮਨੁੱਖ ਜ਼ਰੂਰਤੀ ਚੀਜ਼ਾਂ। ਹਾਂਜੀ ਬੇਟਾ, ਅੱਗੇ ਤੁਸੀਂ ਨੈਕਸਟ ਸਲਾਈਡ ਦੇ ਵਿੱਚ ਦੇਖ ਰਹੇ ਹੋ ਐਕਟੀਵਿਟੀ ਨੰਬਰ 1। ਐਕਟੀਵਿਟੀ ਨੰਬਰ 1 ਦੇ ਵਿੱਚ ਆਪਾਂ ਕੀ ਕਰਨਾ ਹੈ? ਮੇਕ ਅ ਲਿਸਟ ਆਫ ਵੇਰੀਅਸ ਮਟੀਰੀਅਲਸ ਯੂਜ਼ਡ ਬਾਈ ਅਸ ਇਨ ਡੇਲੀ ਲਾਈਫ ਐਂਡ ਕਲਾਸੀਫਾਈ them ਐਜ਼ ਨੈਚੁਰਲ ਐਂਡ ਮੈਨ-ਮੇਡ। ਬੇਟਾ ਤੁਸੀਂ ਇੱਕ ਟੇਬਲ ਬਣਾਉਣਾ ਹੈ। ਟੇਬਲ ਦੇ ਉੱਪਰ ਤੁਸੀਂ ਇੱਕ ਸਾਈਡ 'ਤੇ ਨੈਚੁਰਲ ਅਤੇ ਦੂਸਰੀ ਸਾਈਡ 'ਤੇ ਮੈਨ-ਮੇਡ ਜੋ ਹੈ ਮਟੀਰੀਅਲਸ ਜਿਹੜੇ ਉਹ ਲਿਖ ਲੈਣੇ ਆ। ਨੈਚੁਰਲ ਬੇਟਾ ਤੁਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਉਹ ਵਸਤਾਂ ਜੋ ਤੁਹਾਨੂੰ ਕੁਦਰਤ ਨੇ ਪ੍ਰਦਾਨ ਕਰਨੀਆਂ, ਬੇਟਾ ਤੁਸੀਂ ਨੈਚੁਰਲ ਵਾਲੀ ਸਾਈਡ ਦੇ ਉੱਪਰ ਲਿਖ ਲੈਣੀਆਂ, ਉਹਦੀ ਇੱਕ ਸੂਚੀ ਬਣਾ ਲੈਣੀ, ਇੱਕ ਲਿਸਟ ਬਣਾ ਲੈਣੀ। ਇਸੇ ਤਰ੍ਹਾਂ ਬੇਟਾ ਜੋ ਮਨੁੱਖੀ ਕੋਸ਼ਿਸ਼ਾਂ ਦੁਆਰਾ ਤੁਹਾਨੂੰ ਸਹੂਲਤਾਂ ਪ੍ਰਦਾਨ ਹੋਈਆਂ ਨੇ, ਤੁਸੀਂ ਉਹ ਮੈਨ ਮੇਡ ਦੇ ਉੱਪਰ ਲਿਖ ਲੈਣੀਆਂ। ਸੋ ਬੇਟਾ ਤੁਸੀਂ ਇਸ ਟੇਬਲ ਨੂੰ ਆਰਾਮ ਨਾਲ ਆਪਣੀ ਨੋਟਬੁੱਕ ਦੇ ਉੱਪਰ ਕਰਨਾ ਹੈ ਅਤੇ ਪੂਰੀ ਲਗਨ ਦੇ ਨਾਲ ਇਸ ਟੇਬਲ ਨੂੰ ਕੰਪਲੀਟ ਕਰਨਾ ਹੈ। ਨੈਕਸਟ, ਕਲਾਸੀਫਿਕੇਸ਼ਨ ਆਫ ਰਿਸੋਰਸਿਸ। ਹਾਂਜੀ ਬੇਟਾ, ਰਿਸੋਰਸਿਸ ਕੀ ਹੁੰਦੇ ਆ? ਉਹ ਕਹਿੰਦੇ ਆ ਕੈਨ, ਏਅਰ, ਵਾਟਰ ਐਂਡ ਸੋਇਲ ਬੀ ਐਗਜ਼ੌਸਟਡ ਬਾਈ ਹਿਊਮਨ ਐਕਟੀਵਿਟੀਜ਼। ਯੂ ਹੈਵ ਆਲਰੇਡੀ ਸਟੱਡੀਡ ਅਬਾਊਟ ਵਾਟਰ। ਇਜ਼ ਵਾਟਰ ਅ ਲਿਮਿਟਡ ਰਿਸੋਰਸ? ਹਾਂਜੀ, ਉਹ ਕਹਿੰਦਾ ਕਿ ਇਸ ਸੂਚੀ ਵਿੱਚ ਹਵਾ, ਪਾਣੀ, ਮਿੱਟੀ ਅਤੇ ਖਣਿਜ ਸ਼ਾਮਲ ਹਨ, ਕਿਉਂਕਿ ਇਹ ਸਾਰੇ ਕੁਦਰਤ ਦੁਆਰਾ ਉਪਲਬਧ ਕਰਵਾਏ ਜਾਂਦੇ ਹਨ। ਇਹ ਕੁਦਰਤੀ ਸਾਧਨ ਅਖਵਾਉਂਦੇ ਹਨ। ਹਾਂਜੀ, ਉਹ ਕਹਿੰਦਾ ਕਿ ਤੁਸੀਂ ਪਹਿਲਾਂ ਹੀ ਪੜ੍ਹ ਚੁੱਕੇ ਹੋ ਕਿ ਹਵਾ, ਪਾਣੀ, ਮਿੱਟੀ ਮਨੁੱਖੀ ਜਿਹੜੀਆਂ ਕਿਰਿਆਵਾਂ ਉਹਨਾਂ ਦੁਆਰਾ ਸਮਾਪਤ ਹੋ ਰਹੇ ਹਨ। ਐਗਜ਼ੌਸਟਡ ਮਤਲਬ ਮੀਨ ਸਮਾਪਤ ਹੋ ਰਹੇ ਹਨ। ਪਾਣੀ ਦੇ ਬਾਰੇ ਵੀ ਤੁਸੀਂ ਪਿਛਲੀ ਕਲਾਸ ਦੇ ਵਿੱਚ ਪੜ੍ਹ ਚੁੱਕੇ ਹੋ, 7th ਦੇ ਵਿੱਚ ਤੁਸੀਂ ਪੜ੍ਹ ਚੁੱਕੇ ਹੋ ਕਿ ਪਾਣੀ ਇੱਕ ਅਸੀਮਤ ਸਾਧਨ ਹੈ। ਉਹ ਕਹਿੰਦਾ ਕਿ ਤੁਹਾਨੂੰ ਲੱਗਦਾ ਅਸੀਮਤ ਮਤਲਬ ਕਿ ਜਿਹਦੀ ਲਿਮਿਟ ਘੱਟ ਹੋਵੇ, ਉਹ ਕਹਿੰਦਾ ਤੁਹਾਨੂੰ ਲੱਗਦਾ ਕਿ ਪਾਣੀ ਅਸੀਮਤ ਸਾਧਨ ਆ। ਹਾਂਜੀ ਬੇਟਾ, ਪਿਛਲੀ ਕਲਾਸ ਦੇ ਵਿੱਚ ਆਪਾਂ ਕਲੀਅਰ ਕੀਤਾ ਸੀਗਾ ਕਿ ਪਾਣੀ ਜਿਹੜੀ ਆ ਉਹਦੀ ਮਾਤਰਾ ਚਾਹੇ ਧਰਤੀ 'ਤੇ ਬਹੁਤ ਸਾਰੀ ਆ, ਪਰ ਉਹਦੇ ਵਿੱਚੋਂ ਬੇਟਾ ਸਾਡੀ ਵਰਤੋਂ ਯੋਗ ਜੋ ਪਾਣੀ ਆ ਬਹੁਤ ਘੱਟ ਆ। 0. ਕੁਝ % ਜਿਹੜਾ ਪਾਣੀ ਆ ਧਰਤੀ ਦੀ ਉੱਪਰ ਜਿਹੜੀ ਉਹਦੀ ਪਾਣੀ ਦੀ ਹੋਂਦ ਆ ਉਹ ਸਾਡੀ ਵਰਤੋਂ ਆ ਦੇ ਵਿੱਚ ਆ। ਬਾਕੀ ਪਾਣੀ ਜੋ ਹੈ ਬੇਟਾ ਉਹ ਸਾਡੀ ਵਰਤੋਂ ਦੇ ਵਿੱਚ ਨਹੀਂ ਆਉਂਦਾ। ਉਹੀ ਬੇਟਾ ਇਸ ਚੀਜ਼ ਨੂੰ ਉਹਨਾਂ ਨੇ ਕਲਾਸੀਫਾਈ ਕੀਤਾ
कि कैन एयर वाटर एंड सोयल बी एग्जिस्टेड बाय ह्यूमन एक्टिविटीज़, कि हवा पानी ਅਤੇ ਮਿੱਟੀ जो है ਮਨੁੱਖ ਦੀ ਦੁਆਰਾ ਕੀਤੀਆਂ ਗਈਆਂ ਕਿਰਿਆਵਾਂ ਦੇ ਵਿੱਚੋਂ ਖਤਮ ਹੋ ਰਿਹਾ ਹੈ। ਉਹ ਕਹਿੰਦਾ ਯੂ ਹੈਵ ਆਲਰੇਡੀ ਸਟੱਡੀਡ ਅਬਾਊਟ ਵਾਟਰ, ਤੁਸੀਂ ਬਿਲਕੁਲ ਪਾਣੀ ਦੇ ਬਾਰੇ ਪਹਿਲਾਂ ਪੜ੍ਹ ਲਿਆ ਹੈ। ਕੀ ਤੁਹਾਨੂੰ ਲੱਗਦਾ ਕਿ ਪਾਣੀ ਲਿਮਿਟਿਡ ਆ? ਹਾਂਜੀ ਬੇਟਾ, ਉਹ ਕਹਿੰਦਾ in the light of availability of various resources in nature, and natural resources can be broadly classified into two kinds। ਉਹ ਕਹਿੰਦਾ ਕਿ ਪ੍ਰਕਿਰਤੀ ਦੇ ਜਿਹੜੇ ਵੱਖ-ਵੱਖ ਸਾਧਨ ਆ ਉਹਨਾਂ ਦੀ ਉਪਲਬਧੀ ਪੱਖੋਂ ਪ੍ਰਕਿਰਤਿਕ ਸਾਧਨਾਂ ਨੂੰ ਦੋ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਆਪਾਂ ਬੇਟਾ ਗੱਲ ਕਰਾਂਗੇ ਇਨਐਗਜ਼ੌਸਟੇਬਲ ਨੈਚੁਰਲ resources। ਉਹ ਕਹਿੰਦਾ these resources are present in limited quantity in nature, are not likely to be exhausted by human activities, for example sunlight, water। ਉਹ ਕਹਿੰਦਾ ਇਹ ਸਾਧਨ ਪ੍ਰਕਿਰਤੀ ਵਿੱਚ ਅਸੀਮਤ ਮਾਤਰਾ ਵਿੱਚ ਮੌਜੂਦ ਹਨ, ਮਨੁੱਖੀ ਕਿਰਿਆਵਾਂ ਨਾਲ ਸਮਾਪਤ ਹੋਣ ਵਾਲੇ ਨਹੀਂ ਹਨ। ਉਦਾਹਰਨ ਕੀ ਆ ਇਹਨਾਂ ਦੀ? ਕਿ ਕੀ ਐਗਜ਼ਾਮਪਲ ਦਿੱਤੀ ਆ? ਸਨਲਾਈਟ ਸੂਰਜ ਦੀ ਰੋਸ਼ਨੀ ਅਤੇ ਹਵਾ। ਹਾਂਜੀ ਬੇਟਾ, ਉਹ ਕਹਿੰਦਾ ਕਿ ਇਹ ਜਿਹੜੇ ਸਾਧਨ ਨੇ ਇਨਐਗਜ਼ੌਸਟੇਬਲ ਨੈਚੁਰਲ ਰਿਸੋਰਸਿਸ, ਜੋ ਕਿ ਮਨੁੱਖ ਦੀਆਂ ਕੋਸ਼ਿਸ਼ਾਂ ਦੇ ਨਾਲ ਖਤਮ ਹੋਣ ਵਾਲੇ ਸਾਧਨ ਨਹੀਂ ਹਨ। ਹਾਂਜੀ ਬੇਟਾ, ਇਸੇ ਤਰ੍ਹਾਂ ਆਪਾਂ ਪੜਾਂਗੇ ਉਹ ਕਿਹੜੇ ਸਾਧਨ ਆ ਬੇਟਾ? ਜਿਸ ਤਰ੍ਹਾਂ ਹਵਾ ਅਤੇ ਪਾਣੀ। ਹਾਂਜੀ ਬੇਟਾ, ਨੈਕਸਟ ਕਲਾਸੀਫਿਕੇਸ਼ਨ ਆਫ ਰਿਸੋਰਸਿਸ। ਹਾਂਜੀ ਬੇਟਾ, ਉਹਦੇ ਵਿੱਚ ਦੂਸਰਾ ਪੁਆਇੰਟ ਇਨਐਗਜ਼ੌਸਟੇਬਲ ਰਿਸੋਰਸਿਸ ਨੈਚੁਰਲ ਰਿਸੋਰਸਿਸ, ਐਗਜ਼ੌਸਟੇਬਲ ਨੈਚੁਰਲ ਰਿਸੋਰਸਿਸ। ਹਾਂਜੀ ਬੇਟਾ, ਦ ਅਮਾਊਂਟ ਆਫ these resources in nature is limited, they can be exhausted by human activity, for example forest, wildlife, mineral, coal, petroleum and natural gas। ਹਾਂਜੀ, ਉਹ ਕਹਿੰਦਾ ਬੇਟਾ ਕਿ ਇਹਨਾਂ ਜਿਹੜੇ ਆ ਰਿਸੋਰਸਿਸ ਦੀ ਲਿਮਿਟ ਜਿਹੜੀ ਆ ਉਹ ਕੀ ਹੁੰਦੀ ਆ? ਇਹ ਜਿਹੜੇ ਕੁਦਰਤੀ ਸਾਧਨ ਆ ਇਹਨਾਂ ਦੀਆਂ ਜਿਹੜੀ ਮਾਤਰਾ ਉਹ ਸੀਮਤ ਆ, ਮਨੁੱਖੀ ਕਿਰਿਆਵਾਂ ਦੁਆਰਾ ਇਹ ਸਮਾਪਤ ਹੋ ਸਕਦੇ ਆ। ਤੇ ਇਹ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਆ? ਜੰਗਲਾਂ ਤੋਂ, ਜੰਗਲੀ ਜੀਵਾਂ ਤੋਂ ਤੇ ਖਣਿਜ ਕੋਲੇ ਤੋਂ, ਪੈਟਰੋਲੀਅਮ ਤੋਂ, ਪ੍ਰਕਿਰਤਿਕ ਗੈਸ ਦੁਆਰਾ। ਸੋ ਬੇਟਾ, ਜਿਸ ਤਰ੍ਹਾਂ ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਕੋਲਾ, ਗੈਸ, ਇਹ ਸਭ ਸਾਨੂੰ ਕੁਦਰਤ ਦੁਆਰਾ ਪ੍ਰਦਾਨ ਕੀਤੇ ਗਏ ਆ, ਪਰ ਇਹਨਾਂ ਦੀ ਜਿਹੜੀ ਮਾਤਰਾ ਬੇਟਾ ਉਹ ਲਿਮਿਟਿਡ ਹੁੰਦੀ ਆ। ਹਾਂਜੀ ਬੇਟਾ, ਵਾਟ ਯੂ ਹੈਵ ਲਰਨਡ। ਹੁਣ ਆਪਾਂ ਲਾਸਟ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਤੁਸੀਂ ਹੁਣ ਤੱਕ ਕੀ ਪੜ੍ਹਿਆ, ਕੀ ਸਮਝਿਆ। ਜਿਸ ਤਰ੍ਹਾਂ ਕਿ ਕੋਲ, ਪੈਟਰੋਲੀਅਮ ਐਂਡ ਨੈਚੁਰਲ ਗੈਸ ਆਰ ਫੋਸਿਲ ਫਿਊਲਸ। ਉਹ ਕਹਿੰਦਾ ਕਿ ਕੋਲ, ਪੈਟਰੋਲੀਅਮ ਤੇ ਨੈਚੁਰਲ ਗੈਸ ਜੋ ਆ ਉਹ ਕੀ ਆ? ਫੋਸਿਲ ਫਿਊਲਸ ਨੇ। ਫੋਸਿਲ ਫਿਊਲਸ ਆਰ ਫਾਰਮਡ from the dead remain of living organism million of years ago। ਉਹ ਕਹਿੰਦਾ ਫੋਸਿਲ ਫਿਊਲਸ ਜਿਹੜੇ ਆ ਇਹ ਕਿੱਥੋਂ ਸਾਨੂੰ ਪ੍ਰਾਪਤ ਹੁੰਦੇ ਆ? ਕਿ ਜਦੋਂ ਕਈ ਜੋ ਹੈ ਸਾਲਾਂ ਪਹਿਲਾਂ, ਮਿਲੀਅਨ ਈਅਰਸ ਅਗੋ, ਕਈ ਮਿਲੀਅਨ ਸਾਲ ਪਹਿਲਾਂ ਜਿਹੜੇ ਜਾਨਵਰ ਮਰ ਜਾਂਦੇ ਆ ਤੇ ਉਹ ਕੀ ਹੈ? ਦਬ ਜਾਂਦੇ ਆ, ਤੇ ਉਹਨਾਂ ਦੇ ਜਿਹੜੇ ਫੋਸਿਲ ਹੁੰਦੇ ਆ ਉਹਨਾਂ ਤੋਂ ਸਾਨੂੰ ਕੀ ਹੈ? ਜੋ ਫਿਊਲ ਪ੍ਰਾਪਤ ਹੁੰਦਾ ਹੈ ਉਹਨੂੰ ਫੋਸਿਲ ਫਿਊਲ ਕਿਹਾ ਜਾਂਦਾ ਹੈ। ਫੋਸਿਲ ਫਿਊਲਸ ਆਰ ਐਗਜ਼ੌਸਟੇਬਲ ਰਿਸੋਰਸਿਸ। ਹਾਂਜੀ, ਉਹ ਕਹਿੰਦਾ ਜੋ ਫੋਸਿਲ ਫਿਊਲਸ ਨੇ ਉਹ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਹਨ। ਸੋ ਥੈਂਕ ਯੂ ਬੇਟਾ, ਹੈਵ ਅ ਨਾਈਸ ਡੇ।